ਸਤਿ ਸ਼੍ਰੀ ਅਕਾਲ। ਮੇਰਾ ਨਾਮ ਡਾਕਟਰ ਰਮਨਦੀਪ ਕੌਰ ਹੈ ਅਤੇ ਇਸ ਵੀਡੀਓ ਡਾਇਬੀਟੀਜ਼ ਨੂੰ ਲੈ ਕੇ 5 ਇਤਿਹਾਸ ਜੋ ਤੁਹਾਨੂੰ ਜਾਣਨ ਦੀ ਲੋੜ ਹੈ ਵਿੱਚ ਸਵਾਗਤ ਹੈ। ਜਦੋਂ ਡਾਇਬੀਟੀਜ਼ ਦੀ ਗੱਲ ਹੁੰਦੀ ਹੈ ਤਾਂ ਬਹੁਤ ਸਾਰੀ ਜਾਣਕਾਰੀ ਹਾਸਲ ਹੋ ਸਕਦੀ ਹੈ। ਕੁਝ ਤੁਹਾਡੇ ਪਰਿਵਾਰ ਜਾਂ ਦੋਸਤਾਂ ਤੋਂ, ਕੁਝ ਤੁਹਾਡੇ ਜੀਪੀ ਤੋਂ ਅਤੇ ਕੁਝ ਤੁਹਾਡੀ ਆਪਣੀ ਖੋਜ ਤੋਂ। ਪਰ ਇਹ ਜਾਣਨ ਦੀ ਲੋੜ ਹੈ ਕੀ ਸੱਚ ਹੈ ਅਤੇ ਕੀ ਗਲਤ ਹੈ। ਬਹੁਤ ਜਾਣਕਾਰੀ ਖਤਰਨਾਕ ਵੀ ਹੋ ਸਕਦੀ ਹੈ ਕਿਉਂਕਿ ਡਾਇਬੀਟੀਜ਼ ਤੁਹਾਡੇ ਸਿਹਤ 'ਤੇ ਬਹੁਤ ਪ੍ਰਭਾਵ ਪਾ ਸਕਦੀ ਹੈ। ਡਾਇਬੀਟੀਜ਼ ਬਾਰੇ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਮਿਥਿਹਾਸ ਹਨ ਜਿਸ ਦੇ ਬਾਰੇ ਗੱਲ ਕਰਨਾ ਜ਼ਰੂਰੀ ਹੈ। ਕਈ ਲੋਕ ਤੁਹਾਨੂੰ ਦੱਸਣਗੇ ਕਿ ਡਾਇਬੀਟੀਜ਼ ਇੰਨਾ ਗੰਭੀਰ ਨਹੀਂ ਹੈ ਅਤੇ ਉਹ ਆਪਣੇ ਇਲਾਜ ਵੀ ਦੱਸਣਗੇ। ਲੋਕ ਕਹਿਣਗੇ ਕਿ ਤੁਹਾਨੂੰ ਆਪਣੀ ਜੀਵਨ ਸ਼ੈਲੀ ਨੂੰ ਬਦਲਣ ਲਈ ਕੋਈ ਲੋੜ ਨਹੀਂ ਅਤੇ ਆਖਰ ਵਿੱਚ ਤੁਹਾਡਾ ਵਿਸ਼ਵਾਸ ਤੁਹਾਡੀ ਕਿਸਮਤ ਦਾ ਫੈਸਲਾ ਕਰਦਾ ਹੈ, ਡਾਕਟਰ ਨਹੀਂ। ਅਤੇ ਕਈ ਤੁਹਾਨੂੰ ਦੱਸਣਗੇ ਕਿ ਡਾਇਬੀਟੀਜ਼ ਦੀ ਬਿਮਾਰੀ ਕਦੇ ਵੀ ਠੀਕ ਨਹੀਂ ਹੋ ਸਕਦੀ। ਅਤੇ ਇਹ ਵੀ ਕਹਿੰਦੇ ਹਨ ਕਿ ਡਾਇਬੀਟੀਜ਼ ਵਾਲੀ ਔਰਤ ਦੇ ਬੱਚੇ ਨਹੀਂ ਹੋ ਸਕਦੇ। ਇਹ ਵੀ ਕਹਿੰਦੇ ਨੇ ਕਿ ਡਾਇਬੀਟੀਜ਼ ਵਾਲੇ ਮਰਦ ਕਮਜ਼ੋਰ ਹੁੰਦੇ ਹਨ ਅਤੇ ਉਹਨਾਂ ਨੂੰ ਕੰਮ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਕੁਝ ਕਹਿੰਦੇ ਹਨ ਕਿ ਡਾਇਬੀਟੀਜ਼ ਤੁਹਾਡੇ ਭਾਰ ਕਰਕੇ ਹੁੰਦਾ ਹੈ। ਕਈ ਕਹਿੰਦੇ ਹਨ ਕਿ ਮਾਪਿਆਂ ਤੋਂ ਆਉਂਦਾ ਹੈ। ਇਹ ਸਾਰੇ ਬਿਆਨ ਮਿਥਿਹਾਸ ਹਨ। ਇਸੇ ਲਈ ਡਾਇਬੀਟੀਜ਼ ਬਾਰੇ ਗੱਲ ਕਰਨਾ ਚੰਗਾ ਹੈ। ਸਭ ਤੋਂ ਪਹਿਲਾਂ ਸੱਚਾਈ ਨੂੰ ਲੱਭਣਾ ਜ਼ਰੂਰੀ ਹੈ। ਕਈ ਵਾਰ ਸੱਚਾਈ ਨੂੰ ਬਹੁਤ ਲੰਬਾ ਜਾਂ ਛੋਟਾ ਵੀ ਕੀਤਾ ਜਾਂਦਾ ਹੈ। ਡਾਇਬੀਟੀਜ਼ ਬਹੁਤ ਖਤਰਨਾਕ ਹੋ ਸਕਦਾ ਹੈ ਅਤੇ ਸਾਨੂੰ ਸਾਊਥ ਏਸ਼ੀਅਨ ਹੋਣ ਕਰਕੇ ਜ਼ਿਆਦਾ ਡਾਇਬੀਟੀਜ਼ ਹੋਣ ਦੇ ਚਾਂਸ ਹਨ। ਪਰ ਅਜਿਹੇ ਤਰੀਕੇ ਹਨ ਜਿਨ੍ਹਾਂ ਦੇ ਨਾਲ ਅਸੀਂ ਇਸ ਦਾ ਪ੍ਰਬੰਧ ਕਰ ਸਕਦੇ ਹਾਂ, ਜਿਸ ਵਿੱਚ ਤੁਹਾਡੇ ਰਹਿਣ ਸਹਿਣ ਨੂੰ ਬਦਲਣਾ ਸ਼ਾਮਲ ਹੈ। ਛੋਟੇ ਸੁਧਾਰ ਇੱਕ ਵੱਡਾ ਫਰਕ ਲਿਆ ਸਕਦੇ ਹਨ। ਡਾਇਬੀਟੀਜ਼ ਤੁਹਾਡੇ ਭਾਰ ਕਰਕੇ ਨਹੀਂ ਹੁੰਦਾ ਪਰ ਇੱਕ ਕਾਰਨ ਬਣ ਸਕਦਾ ਹੈ। ਅਫਸੋਸ ਦੀ ਗੱਲ ਹੈ ਕਿ ਅਜੇ ਤੱਕ ਕੋਈ ਇਲਾਜ ਨਹੀਂ ਪਤਾ, ਪਰ NHS ਅਤੇ ਡਾਇਬੀਟੀਜ਼ UK ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਕਿ ਅੱਗੇ ਲਈ ਡਾਇਬੀਟੀਜ਼ ਕਿਸੇ ਦਾ ਨੁਕਸਾਨ ਨਾ ਕਰ ਸਕੇ। ਪਰ ਉਹ ਇਕੱਲੇ ਨਹੀਂ ਕਰ ਸਕਦੇ, ਸਾਨੂੰ ਵੀ ਕੁਝ ਕਰਨਾ ਪਵੇਗਾ। ਇਸ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਡਾਇਬੀਟੀਜ਼ ਗੰਭੀਰ ਹੈ ਪਰ ਇਹ ਕਮਜ਼ੋਰੀ ਨਹੀਂ। ਕਈ ਸਮਝਦੇ ਹਨ ਕਿ ਡਾਇਬੀਟੀਜ਼ ਮਾਮੂਲੀ ਬਿਮਾਰੀ ਹੈ। ਤੁਸੀਂ ਅਕਸਰ ਸੁਣਦੇ ਹੋਵੋਗੇ ਲੋਕ ਕਹਿਣਗੇ ਸਾਰਿਆਂ ਨੂੰ ਡਾਇਬੀਟੀਜ਼ ਹੈ, ਇਸ ਲਈ ਇਹ ਗੰਭੀਰ ਨਹੀਂ ਹੋ ਸਕਦਾ। ਪਰ ਇਹ ਗੰਭੀਰ ਹੈ। ਡਾਇਬੀਟੀਜ਼ ਵਾਲਿਆਂ ਨਾਲ ਵੱਖਰਾ ਸਲੂਕ ਕੀਤਾ ਜਾਂਦਾ ਹੈ ਜਿਸ ਨਾਲ ਉਹਨਾਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ। UK ਵਿੱਚ ਲਗਭਗ 5 ਮਿਲੀਅਨ ਲੋਕਾਂ ਨੂੰ ਡਾਇਬੀਟੀਜ਼ ਹੈ, ਜਿਨ੍ਹਾਂ ਵਿੱਚੋਂ ਕਾਫੀ ਆਪਣੇ ਲੋਕ ਹਨ। ਕਿਉਂਕਿ ਲੋਕੀ ਸ਼ਰਮ ਮਹਿਸੂਸ ਕਰਦੇ ਹਨ, ਉਹ ਆਪਣੇ ਪਰਿਵਾਰ ਤੋਂ ਵੀ ਆਪਣੀ ਡਾਇਬੀਟੀਜ਼ ਨੂੰ ਲੁਕਾਉਂਦੇ ਹਨ। ਇੱਥੋਂ ਤੱਕ ਕਿ ਡਾਇਬੀਟੀਜ਼ ਵਾਲੇ ਹੋਰ ਖਾਣਾ ਨਹੀਂ ਲੈਂਦੇ, ਮਿੱਠਾ ਨੂੰ ਇਨਕਾਰ ਕਰ ਦਿੰਦੇ ਹਨ ਅਤੇ ਖਾਣਾ ਖਾਣ ਤੋਂ ਪਹਿਲਾਂ ਇਨਸੁਲਿਨ ਦਾ ਟੀਕਾ ਲਾਉਂਦਿਆਂ ਵੀ ਸ਼ਰਮ ਮਹਿਸੂਸ ਕਰਦੇ ਹਨ। ਕਈ ਆਪਣੇ ਡਾਇਬੀਟੀਜ਼ ਦਾ ਇਸ ਕਰਕੇ ਕੋਈ ਵੀ ਪ੍ਰਬੰਧ ਨਹੀਂ ਕਰਦੇ। ਯਾਦ ਰੱਖੋ ਕਿ ਡਾਇਬੀਟੀਜ਼ ਨਾਲ ਜੋ ਰਹਿ ਰਹੇ ਹਨ ਉਹ ਸਿਹਤਮੰਦ, ਖੁਸ਼ਹਾਲ ਜ਼ਿੰਦਗੀ ਜਿਉਂਦੇ ਹਨ, ਮੈਰਾਥਨ ਦੌੜਦੇ ਹਨ, ਪਹਾੜਾਂ 'ਤੇ ਚੜ੍ਹਦੇ ਹਨ। ਉਹ ਜਿਹੜਾ ਕੰਮ ਕਰਨਾ ਚਾਹੁੰਦੇ ਹਨ ਉਹ ਕਰਦੇ ਨੇ ਅਤੇ ਖੇਡਾਂ ਵਿੱਚ ਵੀ ਸ਼ਾਮਲ ਹੁੰਦੇ ਹਨ, ਜਿਵੇਂ ਕਿ 20 ਵਾਰ ਦੇ ਵਿੰਬਲਡਨ ਚੈਂਪੀਅਨ ਬਿਲੀ ਜੀਨ ਕਿੰਗ ਅਤੇ ਐਕਟਰ ਅਤੇ ਕ੍ਰਿਕਟ ਪੇਸ਼ਕਾਰ ਗੌਰਵ ਕਪੂਰ। ਡਾਇਬੀਟੀਜ਼ ਵਾਲੀਆਂ ਔਰਤਾਂ ਦੇ ਜ਼ਿਆਦਾ ਤਾਂ ਸਿਹਤਮੰਦ ਬੱਚੇ ਹੁੰਦੇ ਹਨ। ਡਾਇਬੀਟੀਜ਼ ਦੇ ਨਾਲ ਥੋੜ੍ਹੇ ਜ਼ਿਆਦਾ ਕੰਪਲੀਕੇਸ਼ਨ ਹੋ ਸਕਦੀਆਂ ਹਨ, ਸੋ ਇਸ ਦਾ ਪ੍ਰੈਗਨੈਂਸੀ ਦੇ ਵਿੱਚ ਪ੍ਰਬੰਧ ਕਰਨਾ ਜ਼ਰੂਰੀ ਹੈ। ਡਾਇਬੀਟੀਜ਼ ਸਿਰਫ ਸ਼ੂਗਰ ਬਾਰੇ ਨਹੀਂ ਹੈ। ਇਹ ਸੋਚਿਆ ਜਾਂਦਾ ਹੈ ਕਿ ਡਾਇਬੀਟੀਜ਼ ਜ਼ਿਆਦਾ ਮਿੱਠਾ ਖਾਣ ਨਾਲ ਹੁੰਦੀ ਹੈ, ਪਰ ਇਹ ਸਹੀ ਨਹੀਂ ਹੈ। ਪਰ ਜ਼ਿਆਦਾ ਮਿੱਠਾ ਖਾਣਾ ਵੀ ਤੁਹਾਡੀ ਸਿਹਤ ਲਈ ਵਧੀਆ ਨਹੀਂ ਹੈ। ਇਸ ਵਿੱਚ ਇਹ ਸੋਚਣਾ ਜ਼ਰੂਰੀ ਹੈ ਕਿ ਡਾਇਬੀਟੀਜ਼ ਦਾ ਪ੍ਰਬੰਧ ਕਿਵੇਂ ਕਰਨਾ ਹੈ। ਇਸ ਵਿੱਚ ਕਾਰਬੋਹਾਈਡਰੇਟਸ ਦੀ ਗੱਲ ਕਰਨੀ ਜ਼ਰੂਰੀ ਹੈ। ਕਾਰਬੋਹਾਈਡਰੇਟਸ ਦੋ ਤਰ੍ਹਾਂ ਦੇ ਹੁੰਦੇ ਹਨ। ਸਟਾਰਚ ਵਾਲਾ ਕਾਰਬੋਹਾਈਡਰੇਟ ਜਿਵੇਂ ਚੌਲ, ਰੋਟੀ, ਆਲੂ ਅਤੇ ਅਨਾਜ। ਸ਼ੱਕਰ ਜੋ ਜਾਂ ਤਾਂ ਫਲਾਂ, ਸਬਜ਼ੀਆਂ ਜਾਂ ਡੇਅਰੀ ਵਿੱਚ ਮਿਲਦੀ ਹੈ ਜਾਂ ਕੇਕ, ਮਿੱਠਾ ਅਤੇ ਮਿੱਠੀਆਂ ਪੀਣ ਵਾਲੀਆਂ ਚੀਜ਼ਾਂ ਵਿੱਚ ਪਾਈ ਜਾਂਦੀ ਹੈ। ਸਾਨੂੰ ਇਸ ਦੀ ਲੋੜ ਹੈ, ਸੋ ਸਾਨੂੰ ਪੂਰੀ ਤਰ੍ਹਾਂ ਮਿੱਠਾ ਬੰਦ ਨਹੀਂ ਕਰਨਾ ਚਾਹੀਦਾ। ਉਹ ਚੀਜ਼ਾਂ ਲਓ ਜੋ ਕੁਦਰਤੀ ਤੌਰ 'ਤੇ ਮਿੱਠਾ ਮਿਲੇ, ਜਿਵੇਂ ਕਿ ਫਲ, ਸਬਜ਼ੀਆਂ। ਸਾਨੂੰ ਇੱਕ ਦਿਨ ਵਿੱਚ 5 ਫਲ ਜਾਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ, ਜਿਨ੍ਹਾਂ ਵਿੱਚੋਂ 2 ਹਿੱਸੇ ਫਲ ਅਤੇ 3 ਹਿੱਸੇ ਸਬਜ਼ੀਆਂ ਦੇ ਹੋਣੇ ਚਾਹੀਦੇ ਹਨ। ਸਾਨੂੰ ਸਾਰਿਆਂ ਨੂੰ ਕਾਰਬੋਹਾਈਡਰੇਟਸ ਖਾਣ ਦੀ ਲੋੜ ਹੈ। ਕਿੰਨੇ ਕਾਰਬੋਹਾਈਡਰੇਟਸ ਖਾਣੇ ਚਾਹੀਦੇ ਹਨ, ਉਮਰ, ਕੰਮਕਾਰ ਅਤੇ ਡਾਇਬੀਟੀਜ਼ ਦੇ ਕਿਸਮ 'ਤੇ ਡਿਪੈਂਡ ਕਰਦਾ ਹੈ। ਜੇ ਤੁਹਾਡੇ ਬਲੱਡ ਸ਼ੂਗਰ ਵੱਧ ਰਹੇ ਹਨ, ਤੁਹਾਨੂੰ ਕਾਰਬੋਹਾਈਡਰੇਟ ਘਟਾਉਣੇ ਚਾਹੀਦੇ ਹਨ, ਜਿਵੇਂ ਕਿ 4 ਰੋਟੀਆਂ ਤੋਂ 2 ਰੋਟੀਆਂ ਕਰ ਦਿਓ ਅਤੇ ਚੌਲਾਂ ਦੀ ਅੱਧੀ ਪਲੇਟ ਤੋਂ 1/4 ਖਾਣ ਦੀ ਕੋਸ਼ਿਸ਼ ਕਰੋ। ਕਾਰਬੋਹਾਈਡਰੇਟਸ ਦੀ ਗੁਣਵੱਤਾ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਜ਼ਿਆਦਾ ਫਾਈਬਰ ਅਤੇ ਹੌਲੀ ਪਚਣ ਵਾਲਾ ਕਾਰਬੋਹਾਈਡਰੇਟ ਖਾਣਾ ਚਾਹੀਦਾ ਹੈ। ਇਸ ਵਿੱਚ ਆਉਂਦੇ ਹਨ ਭਿੰਡੀ, ਗੋਭੀ ਅਤੇ ਹੋਰ ਸਬਜ਼ੀਆਂ, ਰਾਜਮਾ, ਹੋਲ ਮੀਲ ਰੋਟੀ ਅਤੇ ਬਰਾਊਨ ਚੌਲ। ਅਸੀਂ ਹੁਣ ਅਗਲੀ ਗੱਲ ਕਰਦੇ ਹਾਂ, ਕਸਰਤ ਦੀ ਜ਼ਰੂਰਤ।
ਇਹ ਬਹੁਤ ਸੌਖਾ ਹੈ ਕਿ ਅਸੀਂ ਕਹਿ ਦਿੰਦੇ ਹਾਂ ਕਸਰਤ ਅੱਜ ਨਹੀਂ ਕੱਲ੍ਹ ਨੂੰ ਕਰਾਂਗੇ, ਚਾਹੇ ਇਹ ਬੱਚਿਆਂ ਦੀ ਦੇਖਭਾਲ ਹੋਵੇ ਜਾਂ ਘਰ ਦੇ ਕੰਮ ਹੋਣ ਜਾਂ ਮੌਸਮ ਵਧੀਆ ਨਾ ਹੋਵੇ, ਕੋਈ ਨਾ ਕੋਈ ਬਹਾਨਾ ਬਣਾ ਲੈਂਦੇ ਹਾਂ। ਡਾਇਬੀਟੀਜ਼ ਨਾਲ ਰਹਿੰਦਿਆਂ ਸਾਨੂੰ ਅਗਲੀ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ। ਕਸਰਤ ਸਾਡੇ ਲਈ ਜ਼ਰੂਰੀ ਹੈ, ਪਰ ਅਸੀਂ ਕੰਮਕਾਰ ਵਿੱਚ ਬਿਜ਼ੀ ਹੋ ਜਾਂਦੇ ਹਾਂ ਤਾਂ ਕਸਰਤ ਨੂੰ ਜ਼ਰੂਰੀ ਨਹੀਂ ਮੰਨਦੇ। ਇਸ ਨੂੰ ਸੌਖਾ ਬਣਾਉਣ ਲਈ ਅਸੀਂ ਕਸਰਤ ਦੀ ਥਾਂ ਜ਼ਿਆਦਾ ਚੱਲਣਾ ਫਿਰਨਾ ਕਹਿ ਸਕਦੇ ਹਾਂ। ਜ਼ਿਆਦਾ ਚੱਲਣਾ ਸੌਖਾ ਕਰ ਸਕਦੇ ਹਾਂ ਅਤੇ ਇਹਦੇ ਵਿੱਚ ਜ਼ਿਆਦਾ ਮਿਹਨਤ ਜਾਂ ਸਮਾਂ ਨਹੀਂ ਲੱਗੇਗਾ। ਤੁਸੀਂ 10 ਮਿੰਟ ਦੀ ਸੈਰ ਕਰ ਸਕਦੇ ਹੋ, ਕ੍ਰਿਕਟ ਖੇਡ ਸਕਦੇ ਹੋ, ਜਾਂ ਜੇ ਤੁਸੀਂ ਤੁਰ ਨਹੀਂ ਸਕਦੇ ਤੁਸੀਂ ਕੁਰਸੀ 'ਤੇ ਬੈਠ ਕੇ ਵੀ ਕਸਰਤ ਕਰ ਸਕਦੇ ਹੋ। ਤੁਸੀਂ ਉਹ ਕਸਰਤ ਕਰੋ ਜੋ ਤੁਹਾਡੇ ਮਨ ਨੂੰ ਚੰਗੀ ਲੱਗੇ। ਜੇ ਤੁਸੀਂ ਪਹਿਲਾਂ ਕੋਈ ਕਸਰਤ ਕਰਦੇ ਹੋ ਤਾਂ ਉਹ ਵਧਾ ਲਓ। ਇਸ ਨਾਲ ਇਕੱਲਾ ਤੁਹਾਡੇ ਡਾਇਬੀਟੀਜ਼ 'ਤੇ ਹੀ ਨਹੀਂ ਪਰ ਸਾਰੀ ਸਿਹਤ 'ਤੇ ਚੰਗਾ ਅਸਰ ਪੜੇਗਾ। ਬਹੁਤ ਦੇਰ ਲਈ ਬੈਠਣ ਤੋਂ ਬਚਣ ਦੀ ਕੋਸ਼ਿਸ਼ ਕਰੋ ਜਦੋਂ ਤੁਸੀਂ ਡੈਸਕ 'ਤੇ ਜਾਂ TV ਦੇਖਣ ਨੂੰ ਬਹਿੰਦੇ ਹੋ। ਕੋਸ਼ਿਸ਼ ਕਰੋ ਹਰੇਕ ਘੰਟੇ ਕੁਝ ਮਿੰਟ ਵਾਸਤੇ ਤੁਰੋ ਫਿਰੋ। ਕਸਰਤ ਕਰਨ ਦੇ ਨਾਲ ਤੁਹਾਡਾ ਬਲੱਡ ਸ਼ੂਗਰ ਵਧੀਆ ਕੰਟਰੋਲ ਹੋ ਸਕਦਾ ਹੈ, ਬਲੱਡ ਪ੍ਰੈਸ਼ਰ ਘੱਟ ਸਕਦਾ ਹੈ, ਦਿਲ ਦੀ ਦੇਖਭਾਲ ਹੁੰਦੀ ਹੈ, ਸਟ੍ਰੈਸ ਵੀ ਘਟਦਾ ਹੈ, ਕੋਲੈਸਟਰੋਲ ਘਟਦਾ ਹੈ ਅਤੇ ਭਾਰ ਘਟ ਜਾਂਦਾ ਹੈ। ਭਾਰ ਘਟਣ ਦੇ ਨਾਲ ਇਨਸੂਲਿਨ ਵਧੀਆ ਤਰੀਕੇ ਦੇ ਨਾਲ ਕੰਮ ਕਰ ਸਕਦਾ ਹੈ। ਇਸ ਦਾ ਮਤਲਬ ਹੈ ਦਵਾਈਆਂ ਘਟਾ ਸਕਦੇ ਹਾਂ। ਅਸੀਂ ਪੰਜਵੇਂ ਮਿਥਿਹਾਸ ਦੀ ਗੱਲ ਕਰਦੇ ਹਾਂ। ਜੜੀ ਬੂਟੀਆਂ ਡਾਇਬੀਟੀਜ਼ ਦਾ ਇਲਾਜ ਨਹੀਂ ਕਰਦੀਆਂ। ਇਸ ਦੇ ਕਹਿਣ ਦਾ ਮਤਲਬ ਇਹ ਨਹੀਂ ਕਿ ਬ੍ਰਹਮੀ ਅਤੇ ਤ੍ਰਿਫਲਾ ਵਰਗੀਆਂ ਆਯੁਰਵੈਦਿਕ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ। ਸਾਡੀ ਸੱਭਿਆਚਾਰ ਵਿੱਚ ਇਹਨਾਂ ਚੀਜ਼ਾਂ ਦਾ ਬਹੁਤ ਵੱਡਾ ਥਾਂ ਹੈ ਜੋ ਕਿ ਸਾਡੇ ਵੱਡੇ ਵਡੇਰਿਆਂ ਤੋਂ ਆਈਆਂ ਹਨ। ਜਦੋਂ ਤੁਹਾਨੂੰ ਡਾਇਬੀਟੀਜ਼ ਹੋਵੇ ਤੁਹਾਨੂੰ ਬਲੱਡ ਸ਼ੂਗਰ ਚੈੱਕ ਕਰਨਾ ਚਾਹੀਦਾ ਹੈ ਅਤੇ ਦਵਾਈਆਂ ਲਗਾਤਾਰ ਲੈਣੀਆਂ ਚਾਹੀਦੀਆਂ ਹਨ। ਇਹ ਸਹੀ ਨਹੀਂ ਹੈ ਕਿ ਕਰੇਲਾ ਕੌੜਾ ਹੋਣ ਕਰਕੇ ਡਾਇਬੀਟੀਜ਼ ਦਾ ਇਲਾਜ ਹੈ। ਜੇ ਤੁਸੀਂ ਜੜੀ ਬੂਟੀਆਂ ਵਰਤਣਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੀ ਹੈਲਥ ਕੇਅਰ ਟੀਮ ਨਾਲ ਗੱਲ ਕਰੋ, ਕਿਉਂਕਿ ਇਹਨਾਂ ਵਿੱਚੋਂ ਕਈ ਨੁਕਸਾਨ ਕਰ ਸਕਦੀਆਂ ਹਨ, ਜਿਵੇਂ ਕਿ ਗੁਰਦੇ ਨੂੰ ਨੁਕਸਾਨ ਪਹੁੰਚਾਉਣਾ। ਇਹ ਸਨ 5 ਮਿਥਿਹਾਸ ਜੋ ਤੁਹਾਨੂੰ ਡਾਇਬੀਟੀਜ਼ ਬਾਰੇ ਜਾਣਨ ਦੀ ਲੋੜ ਹੈ। 1. ਡਾਇਬੀਟੀਜ਼ ਦੇ ਬਾਰੇ ਗੱਲ ਕਰਨਾ ਜ਼ਰੂਰੀ ਹੈ। 2. ਡਾਇਬੀਟੀਜ਼ ਕਮਜ਼ੋਰੀ ਨਹੀਂ। 3. ਡਾਇਬੀਟੀਜ਼ ਸਿਰਫ ਸ਼ੂਗਰ ਬਾਰੇ ਨਹੀਂ ਹੈ। 4. ਕਸਰਤ ਦੀ ਜ਼ਰੂਰਤ। 5. ਜੜੀ ਬੂਟੀਆਂ ਦਾ ਇਸਤੇਮਾਲ ਡਾਇਬੀਟੀਜ਼ ਦਾ ਇਲਾਜ ਨਹੀਂ ਹੈ।